ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਮੈਂ ਰਵਨੀਤ ਕੌਰ ਤੁਹਾਡੇ ਰੂਬਰੂ ਹਾਂ। ਆਪ ਸਭ ਦਾ ਸਵਾਗਤ ਹੈ। ਸਮੁੱਚੇ ਦੇਸ਼ ਦੀ ਕਿਸਾਨੀ ਖੇਤੀ ਕਾਨੂੰਨਾਂ ਕਾਰਨ ਸੰਕਟ ਦੇ ਦੌਰ 'ਚੋਂ ਲੰਘ ਰਹੀ ਹੈ। ਭਾਰਤ ਸਰਕਾਰ ਖਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਫੈਸਲਾ ਲੈਣ ਬਾਰੇ ਸੋਚ ਰਹੀ ਹੈ। ਇਹ ਵਾਧਾ ਹੋਣ ਦੀ ਸੂਰਤ ਵਿੱਚ ਪਤਾ ਹੀ ਹੈ ਕਿ ਖੇਤੀ ਲਾਗਤ ਵੱਧ ਜਾਵੇਗੀ। ਇਸ ਸਭ ਬਾਰੇ ਗੱਲ ਕਰਨ ਲਈ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਜੀ ਸਾਡੇ ਨਾਲ ਮੌਜੂਦ ਹਨ। ਸਵਾਗਤ ਹੈ ਸਰ ਤੁਹਾਡਾ। ਜਿਹਦੇ ਵਿੱਚ ਕਣਕ ਦੇ ਭਾਅ ਦੇ ਵਿੱਚ ਪੌਣੇ 2 ਗੁਣਾ ਭਾਵ ਕਿ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਤਾਂ ਇਹਦੇ ਨਾਲ ਹੀ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਖਾਦਾਂ ਦੀਆਂ ਕੀਮਤਾਂ ਖਾਸ ਕਰਕੇ DAP ਖਾਦ ਦੀ ਕੀਮਤ ਦੇ ਵਿੱਚ ਵਾਧਾ ਕਰ ਸਕਦੀ ਹੈਗੀ ਹੈ। ਦੇਖੋ, ਇੱਕ ਹੱਥ ਅਸੀਂ ਦੇ ਦਿੱਤਾ ਕਿਸਾਨ ਨੂੰ, ਬਹੁਤ ਮਾਮੂਲੀ ਭਾਅ ਵਧਾਇਆ ਕਿ ਜਿਹੜਾ ਘੱਟੋ ਘੱਟ 10% ਦਾ ਵਾਧਾ ਹੋਣਾ ਚਾਹੀਦਾ ਸੀ, ਉਹਦੇ ਅਗੇਂਸਟ ਅਸੀਂ ਪੌਣੇ 2% ਕਣਕ ਦਾ ਭਾਅ ਵਧਾਇਆ। ਡੀਜ਼ਲ ਦੇ ਭਾਅ ਆਲਰੇਡੀ ਕਿੰਨੇ ਵੱਧ ਚੁੱਕੇ ਨੇ, ਸਭ ਜਾਣਨੇ ਇਸ ਬਾਰੇ। ਔਰ ਇਨਪੁਟ ਕਾਸਟ ਹੈ ਜਿਹੜੀ ਐਗਰੀਕਲਚਰ ਦੀ, ਉਹ ਕਾਫੀ ਵਧੀ ਹੋਈ ਹੈ। ਉਹਦੇ ਮੁਕਾਬਲੇ ਸਾਨੂੰ ਜਿਹੜਾ ਭਾਅ ਮਿਲਦਾ ਹੈ ਉਹ ਕਾਫੀ ਨਿਗੂਣਾ ਰਹਿ ਜਾਂਦਾ ਹੈਗਾ। ਤਾਂ ਹੁਣ ਜਦੋਂ ਖਾਦਾਂ ਦੇ ਭਾਅ ਦੀ ਗੱਲ ਤੁਰੀ ਹੈਗੀ ਹੈ ਤਾਂ ਦੇਖਣਾ ਇਹ ਬਣਦਾ ਕਿ ਸਰਕਾਰਾਂ ਦੀ ਜਿਹੜੀ ਨੀਅਤ ਹੈ ਜਾਂ ਸਰਕਾਰਾਂ ਦੀ ਨਜ਼ਰ ਦੇ ਵਿੱਚ ਜਾਂ ਸਰਕਾਰਾਂ ਦੀਆਂ ਆਪਾਂ ਕਹਿ ਦਈਏ ਕਿ ਅੱਖਾਂ ਦਾ ਤਾਰਾ ਕੌਣ ਨੇ। ਜਦੋਂ ਭਾਅ ਵਧਾਉਂਦੇ ਤਾਂ ਖਾਦ ਕੰਪਨੀਆਂ ਨੇ ਪਹੁੰਚ ਕੀਤੀ ਹੈ ਕਿ ਭਾਅ ਦੇ ਵਿੱਚ ਬੜੋਤਰੀ ਕੀਤੀ ਜਾਵੇ, ਉਹਦਾ ਲੌਜਿਕ ਕੋਈ ਵੀ ਰਿਹਾ ਹੋਵੇ। ਪਰ ਜਿੰਨਾ ਟਾਈਮ ਕਿਸਾਨ ਅੱਖਾਂ ਦਾ ਤਾਰਾ ਸੀ, ਜਿੰਨਾ ਟਾਈਮ ਕਿਸਾਨ ਦੀ ਜ਼ਰੂਰਤ ਸੀ, ਖਾਸ ਕਰਕੇ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਵਾਲੇ ਪੀਰੀਅਡ ਦੀ ਆਪਾਂ ਗੱਲ ਕਰਦੇ ਹਾਂ, ਤਾਂ ਉਦੋਂ ਕਿਸਾਨ ਨੂੰ ਜਿਹੜਾ ਅੱਖਾਂ 'ਤੇ ਬਿਠਾਇਆ ਜਾਂਦਾ ਸੀਗਾ। ਅਨਾਜ ਦਾ ਭੰਡਾਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਨੇ ਭਰਿਆ ਸੀ, ਔਰ ਪੰਜਾਬ ਨੂੰ ਦੇ ਵਿੱਚ ਜਿਹੜੀ ਖੇਤੀ ਹੈ ਉਸ ਨੂੰ ਉੱਤਮ ਦਰਜਾ ਦਿੱਤਾ ਜਾਂਦਾ ਸੀ। ਕਿਸਾਨੀ ਔਰ ਖਾਸ ਕਰਕੇ ਜਿਹੜਾ ਕਿਰਤ ਹੈ ਉਸ ਨੂੰ ਸਰਕਾਰਾਂ ਇੱਕੋ ਜਿੰਨਾ ਸਤਿਕਾਰ ਦਿੰਦੀਆਂ ਸੀ। ਅੱਜ ਹੈ ਜਿਹੜਾ ਉਹ ਸਤਿਕਾਰ ਹੈ ਕਿਸਾਨੀ ਪ੍ਰਤੀ ਨਹੀਂ ਰਿਹਾ, ਔਰ ਭਾਰਤ ਸਰਕਾਰ ਦਾ ਜਿਹੜਾ ਸਤਿਕਾਰ ਹੈ ਜਾਂ ਰਿਸਪੈਕਟ ਹੈ ਉਹ ਕਾਰਪੋਰੇਟ ਪ੍ਰਤੀ ਜਿਹੜਾ ਮੋਹ ਹੈ ਉਹ ਵੱਧ ਗਿਆ। ਜਿਹਦੀ ਬਦੌਲਤ ਕੀ ਹੈ, ਕਿਸਾਨ ਹੈ ਜਿਹੜਾ ਉਹ ਏਜੰਡੇ ਤੋਂ ਲੈ ਗਿਆ ਔਰ ਸਰਕਾਰਾਂ ਦੀ ਨਜ਼ਰ ਦੇ ਵਿੱਚ ਜਿਹੜਾ ਕਾਰਪੋਰੇਟ ਹੈ ਉਹ ਉੱਤਮ ਬਣ ਗਿਆ। ਜਿਹੜੀ ਖੇਤੀ ਹੈ ਉਹ ਪਛਾਣ ਚੱਲੇਗੀ, ਜਿਹਦੇ ਕਰਕੇ ਆਏ ਦਿਨ ਕੋਈ ਇਸ ਕਿਸਮ ਦੇ ਫੈਸਲੇ ਹੁੰਦੇ ਨੇ ਜਿਹੜੇ ਕਿਸਾਨੀ ਨੂੰ ਢਾਹ ਲਾਉਣ ਵਾਲੇ ਨੇ। ਜਿਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਾਂ ਦੇਖਦੇ ਹਾਂ ਕਿ ਪਹਿਲੇ ਦਿਨ ਤੋਂ ਹੀ ਕਿਸਾਨ ਹੈ ਜਿਹੜੇ 9 ਮਹੀਨਿਆਂ ਤੋਂ ਉੱਥੇ ਸੰਘਰਸ਼ ਕਰ ਰਹੇ ਆ ਦਿੱਲੀ ਦੇ ਵਿੱਚ, ਤਾਂ ਸਾਡੀ ਸਰਕਾਰ ਹੈ ਜੀ ਟਸ ਤੋਂ ਮਸ ਨਹੀਂ ਹੋ ਰਹੀ। ਫਸਲਾਂ ਦੇ ਭਾਅ ਦੇ ਵਿੱਚ ਅਸੀਂ ਸਰਕਾਰ ਕਹਿੰਦੀ ਸੀ ਕਿ ਅਸੀਂ ਤੁਹਾਡੀ ਇਨਕਮ ਹੈ ਜਿਹੜੀ ਡਬਲ ਕਰ ਦਿਆਂਗੇ, ਪਰ ਸਾਡੀ ਇਨਪੁਟ ਕਾਸਟ ਹੈ ਜਿਹੜੀਆਂ ਉਹ ਡਬਲ ਤੋਂ ਕਈ ਗੁਣਾ ਵੱਧ ਚੁੱਕੀਆਂ ਨੇ। ਤਾਂ ਹੁਣ ਜਿਹੜੀ ਸਾਨੂੰ ਸੂਚਨਾ ਮਿਲੀ ਹੈ ਲੇਟੈਸਟ ਰਵਨੀਤ, ਉਹ ਇਹ ਹੈ ਕਿ ਪਿਛਲੇ 10 ਦਿਨਾਂ ਦੀ ਗੱਲ ਹੈਗੀ ਹੈ ਕਿ ਜਿਹੜੀਆਂ ਸਾਡੀ ਫਰਟੀਲਾਈਜ਼ਰ ਕੰਪਨੀਆਂ ਨੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ, ਉਹਨਾਂ ਦੇ MDs ਨੇ, ਸਾਡੇ ਜਿਹੜੇ ਫਰਟੀਲਾਈਜ਼ਰ ਮਿਨਿਸਟਰ ਨੇ ਮਾਂਡਵੀਆ ਜੀ। ਤਾਂ ਉਹਨਾਂ ਨੇ ਇਹ ਲੌਜਿਕ ਦਿੱਤਾ ਹੈ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੇ ਖਾਦ ਦੇ ਭਾਅ ਹੈ ਉਹ ਕਾਫੀ ਵੱਧ ਚੁੱਕੇ ਨੇ, ਔਰ ਸਾਨੂੰ ਪ੍ਰਤੀ ਟਨ ਹੈ ਜਿਹੜਾ ਉਹ 8000 ਰੁਪਏ ਦਾ ਜਿਹੜਾ ਲੋਸ ਝੱਲਣਾ ਪੈ ਰਿਹਾ, ਜਿਸ ਕਰਕੇ ਇੰਡੀਆ ਦੇ ਵਿੱਚ ਜਾਂ ਤਾਂ ਤੁਸੀਂ ਸਾਡੀ ਖਾਦ ਸਬਸਿਡੀ ਵਧਾਈ ਜਾਵੇ ਜਾਂ ਫਿਰ DAP ਦੇ ਜਿਹੜੇ ਰੇਟ ਹੈ ਉਹ ਵਧਾਏ ਜਾਣ। ਤਾਂ ਮਾਂਡਵੀਆ ਸਾਹਿਬ ਨੇ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਆਪਣੀ ਫਾਈਲ ਹੈ ਉਹ ਜਿਹੜੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਜਿਹੜੀ ਭੇਜ ਦਿੱਤੀ ਹੈ। ਅਤੇ ਚਰਚੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਬਾਰੇ ਕੋਈ ਨਾ ਕੋਈ ਫੈਸਲਾ ਲੈ ਸਕਦੇ ਨੇ। ਤਾਂ ਸਾਨੂੰ ਜਿਹੜੇ ਮੋਟੇ ਨਜ਼ਰ ਪੈਂਦੀ ਹੈ ਇਸ ਮਸਲੇ 'ਤੇ ਉਹ ਇਹ ਹੋ ਸਕਦਾ ਹੈ ਕਿ ਜਾਂ ਤਾਂ ਸਰਕਾਰ ਟੋਟਲ ਸਬਸਿਡੀ ਦਾ ਬੋਝ ਹੈ ਖੁਦ ਚੁੱਕ ਸਕਦੀ ਹੈ, ਜਿਵੇਂ 8000 ਰੁਪਏ ਪ੍ਰਤੀ ਟਨ ਦਾ, ਜਾਂ DAP ਦੀ ਜਿਹੜੇ ਰੇਟ ਹੈ ਖਾਦਾਂ ਦੇ ਉਹਦੇ ਵਿੱਚ ਬੜੋਤਰੀ ਕਰ ਸਕਦੀ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਅੱਧਾ ਬੋਝ ਸੈਂਟਰ ਗੌਰਮੈਂਟ ਚੁੱਕ ਲਵੇ ਸਬਸਿਡੀ ਦੇ ਰੂਪ ਦੇ ਵਿੱਚ, ਅੱਧਾ ਜਿਹੜਾ ਬੋਝ ਹੈ ਉਹ ਕਿਸਾਨਾਂ 'ਤੇ ਪਾ ਦਿੱਤਾ ਜਾਵੇ। ਮਿਸਾਲ ਦੇ ਤੌਰ 'ਤੇ ਇਸ ਵੇਲੇ ਮਾਰਕੀਟ ਦੇ ਵਿੱਚ ਜਿਹੜੀ ਖਾਦ ਹੈ ਉਹ 1200 ਰੁਪਏ ਪਰ ਬੈਗ ਹੈ ਜਿਹੜੀ ਮਿਲਦੀ ਹੈਗੀ ਹੈ। ਇਸ ਤੋਂ ਪਹਿਲਾਂ ਜਿਹੜੀ ਸੈਂਟਰ ਗੌਰਮੈਂਟ 510 ਰੁਪਏ ਸਬਸਿਡੀ ਆਪਣੇ ਕੋਲੋਂ ਪਾਉਂਦੀ ਸੀਗੀ। ਤਾਂ ਪਿੱਛੇ ਜਦੋਂ ਖਾਦਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਤਾਂ ਤਕਰੀਬਨ 1212 ਰੁਪਏ ਹੈ ਜਿਹੜੀ ਸਬਸਿਡੀ ਸਾਨੂੰ ਆਲਰੇਡੀ ਸਰਕਾਰ ਪ੍ਰਤੀ ਬੈਗ ਦੇ ਰਹੀ ਹੈ। ਪਰ ਉਹ ਵੀ ਹਜੇ ਹੁਣ ਜਿਵੇਂ ਇੰਟਰਨੈਸ਼ਨਲ ਮਾਰਕੀਟ 'ਚ ਹੋਰ ਪ੍ਰਾਈਸਿਸ ਡੇ ਬਾਈ ਡੇ ਵੱਧ ਰਹੇ ਨੇ, ਤਾਂ ਉਹਦੇ ਨਾਲ ਅਸੀਂ ਇੱਕ ਕੈਲਕੂਲੇਟ ਕੀਤਾ ਕਿ ਜਿਹੜੀਆਂ ਖਾਦ ਕੰਪਨੀਆਂ ਨੇ ਉਹ ਕਹਿ ਰਹੀਆਂ ਕਿ ਸਾਨੂੰ 400 ਰੁਪਏ ਪ੍ਰਤੀ ਬੈਗ ਦਾ ਇਸ ਵੇਲੇ ਲੋਸ ਹੋ ਰਿਹਾ ਜੋ ਅਸੀਂ ਵੇਚ ਰਹੇ ਹਾਂ, ਅਸੀਂ ਪੱਲਿਓਂ ਪਾ ਰਹੇ ਹਾਂ। ਅਸੀਂ ਅਗਲੇ ਸੀਜ਼ਨ 'ਚ ਇਹ ਝੱਲ ਨਹੀਂ ਸਕਦੇ, ਜਿਹੜਾ ਹੁਣ ਵੀਟ ਦੇ ਸੀਜ਼ਨ ਸਾਨੂੰ DAP ਦੀ ਲੋੜ ਪੈਣੀ ਹੈ।
ਤਾਂ ਹੁਣ ਇਹਦੇ ਵਿੱਚ ਇਹ ਹੋ ਸਕਦਾ ਹੈ ਕਿ 200 ਰੁਪਇਆ ਜਿਹੜਾ ਬੋਝ ਹੈ ਉਹ ਕਿਸਾਨ 'ਤੇ ਪਾਇਆ ਜਾ ਸਕਦਾ ਹੈ। 200 ਦੀ ਜਿਹੜੀ ਸਬਸਿਡੀ ਹੈ ਉਹ ਸਰਕਾਰ ਝੱਲ ਸਕਦੀ ਹੈਗੀ ਹੈ। ਪਰ ਇਹ ਜਿੰਨਾ ਚਿਰ ਕੋਈ ਅੰਤਮ ਫੈਸਲਾ ਸਰਕਾਰ ਲੈਂਦੀ ਨਹੀਂ ਉਹਨਾਂ ਟਾਈਮ ਅਸੀਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਸਰਕਾਰ 'ਤੇ ਵੀ ਤਰ੍ਹਾਂ ਤਰ੍ਹਾਂ ਦੇ ਪ੍ਰੈਸ਼ਰ ਨੇ। ਇੰਨਾ ਸੌਖਾ ਨਹੀਂ ਖਾਦ ਦੀਆਂ ਦਰਾਂ ਦੇ ਵਿੱਚ ਵਾਧਾ ਕਰਨਾ, ਕਿਉਂਕਿ ਸਮੁੱਚੇ ਕੰਟਰੀ ਦਾ ਕਿਸਾਨ ਹੀ ਅਲਰਟ ਹੋਇਆ ਹੋਇਆ ਔਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਸੂਬੇ ਸੰਘਰਸ਼ ਦੇ ਵਿੱਚ ਆਲਰੇਡੀ ਬੈਠੇ ਨੇ। ਔਰ ਕਿਸਾਨ ਇੱਕ ਜਿਹੜਾ ਜੈਸਚਰ ਵੀ ਦੇਣਾ ਚਾਹੁੰਦੀ ਹੈ ਫਰੈਂਡਲੀ ਵਾਲਾ, ਫਾਰਮਰ ਫਰੈਂਡਲੀ ਵਾਲਾ। ਔਰ ਉਸ ਤੋਂ ਇਲਾਵਾ 5 ਸੂਬਿਆਂ ਦੀਆਂ ਚੋਣਾਂ ਵੀ ਨੇ, ਖਾਸ ਕਰਕੇ ਉਹਨਾਂ ਲਈ ਯੂਪੀ ਦੀ ਜਿਹੜੀ ਇਲੈਕਸ਼ਨ ਹੈ ਉਹ ਬਹੁਤ ਇੰਪੋਰਟੈਂਟ ਹੈ। ਅਤੇ ਇਸ ਕਰਕੇ ਸਰਕਾਰ ਲਈ ਕੁਝ ਅੜਿੱਕੇ ਵੀ ਨੇ। ਪਰ ਜੋ ਵੀ ਹੋਏਗਾ ਆਉਣ ਵਾਲੇ ਦਿਨਾਂ 'ਚ ਸਰਕਾਰ ਹੈ ਉਹ ਫੈਸਲਾ ਲਏਗੀ, ਪ੍ਰਾਈਮ ਮਿਨਿਸਟਰ ਫੈਸਲਾ ਲੈਣਗੇ। ਔਰ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਸਰਕਾਰ ਜਿਸ ਤਰ੍ਹਾਂ ਪਹਿਲਾਂ ਹੱਥ ਖੜ੍ਹੇ ਕਰ ਚੁੱਕੀ ਹੈ ਕਿ ਅਸੀਂ ਸਬਸਿਡੀ ਦਾ ਇੰਨਾ ਬੋਝ ਨਹੀਂ ਚੁੱਕ ਸਕਦੇ। ਆਲਰੇਡੀ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਫਾਈਨੈਂਸ਼ੀਅਲ ਈਅਰ ਦੀ, ਤਾਂ 92,000 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਖਾਦਾਂ 'ਤੇ ਸਾਡੀ ਭਾਰਤ ਸਰਕਾਰ ਨੇ ਦਿੱਤੀ ਹੈਗੀ ਹੈ। ਜਿਹੜੀਆਂ ਕੰਪਨੀਆਂ ਨੇ, ਫਰਟੀਲਾਈਜ਼ਰ ਕੰਪਨੀਆਂ ਨੇ, ਉਹਨਾਂ ਦੀ ਵੀ ਗੱਲ ਕਿਤੇ ਨਾ ਕਿਤੇ ਜਾਇਜ਼ ਲੱਗਦੀ ਹੈਗੀ ਹੈ, ਕਿਉਂਕਿ ਕੌਮਾਂਤਰੀ ਮਾਰਕੀਟ ਦੇ ਵਿੱਚ ਜਿਹੜਾ ਭਾਅ ਹੈ ਖਾਦ ਦਾ ਉਹ ਕਾਫੀ ਵੱਧ ਚੁੱਕਿਆ ਹੈ। ਜਿਹੜਾ ਪਿਛਲੇ ਸਾਲ 340 ਰੁਪਏ ਪ੍ਰਤੀ ਟਨ ਡਾਲਰ ਸੀ ਉਹ ਅੱਜ 641 ਰੁਪਏ ਨੂੰ ਜਿਹੜਾ ਕ੍ਰੋਸ ਕਰ ਚੁੱਕਾ ਹੈਗਾ। ਉਹਦਾ ਵਜ੍ਹਾ ਇੱਕੋ ਹੀ ਦੱਸੀ ਜਾ ਰਹੀ ਹੈ ਕਿ ਪਹਿਲਾਂ ਅਸੀਂ ਚਾਈਨਾ 'ਚੋਂ ਆਪਣੀ ਖਾਦ ਇੰਪੋਰਟ ਕਰਦੇ ਸੀ 30%। ਹੁਣ ਚਾਈਨਾ ਦੀ ਆਪਣੀ ਜਿਹੜੀ ਹੋਮ ਕੰਜ਼ੰਪਸ਼ਨ ਹੈ ਉਹ ਕਾਫੀ ਵੱਧ ਗਈ ਹੈ। ਇਹਦੇ ਨਾਲ ਹੀ ਜਿਹੜੇ ਬ੍ਰਾਜ਼ੀਲ ਔਰ ਅਮਰੀਕਾ ਹੈ ਉੱਥੇ ਆਪਣੀ ਜਿਹੜੀ ਕੰਜ਼ੰਪਸ਼ਨ ਹੈ ਖਾਦ ਦੀ ਕਾਫੀ ਵੱਧ ਗਈ ਹੈ। ਚਾਈਨਾ 'ਚੋਂ ਕਾਫੀ ਖਾਦ ਹੈ ਜਿਹੜੀ ਉਹ ਅਮਰੀਕਾ ਦੇ ਵਿੱਚ ਜਾ ਰਹੀ ਹੈ, ਬ੍ਰਾਜ਼ੀਲ 'ਚ ਜਾ ਰਹੀ ਹੈ। ਇਸ ਤਰ੍ਹਾਂ ਅਸੀਂ ਗਲਫ ਕੰਟਰੀ ਤੋਂ ਲੈਂਦੇ ਸੀ। ਸਮੁੱਚੇ ਰੂਪ 'ਚ ਦੇਖੀਏ ਤਾਂ ਸਾਡੀ ਜਿਹੜੀ ਉੱਧਰੋਂ ਇੰਪੋਰਟ ਹੁੰਦੀ ਹੈ ਉਹ 'ਤੇ ਥੋੜ੍ਹਾ ਬਹੁਤਾ ਕੱਟ ਲੱਗਿਆ ਹੈ। ਸਾਨੂੰ ਚਾਈਨਾ ਨੇ ਵੀ ਨਾ ਕੀਤਾ। ਉੱਪਰੋਂ ਕੋਵਿਡ ਦਾ ਪੀਰੀਅਡ ਚੱਲ ਰਿਹਾ ਹੈ। ਕੋਵਿਡ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਪਲਾਂਟ ਹੈ ਉਹ ਬੰਦ ਪਏ ਨੇ, ਉਹਨਾਂ ਦੇ ਜਿਹੜੇ ਪ੍ਰੋਜੈਕਟ ਪਏ ਨੇ ਬੰਦ ਪਏ ਨੇ। ਤਾਂ ਉਹਦੇ ਕਰਕੇ ਵੀ ਜਿਹੜੀ ਸ਼ਾਰਟੇਜ ਕ੍ਰੀਏਟ ਹੋਈ ਹੈ। ਇਸ ਸ਼ਾਰਟੇਜ ਕਰਕੇ ਜਿਹੜੀ ਕੌਮਾਂਤਰੀ ਭਾਅ ਉੱਚੇ ਚਲੇ ਗਏ, ਉਹਦੇ ਨਾਲ ਹੀ ਖਾਦ ਕੰਪਨੀਆਂ ਦੇ ਜਿਹੜੀ ਫਾਈਨੈਂਸ਼ੀਅਲੀ ਲਾਸਿਸ ਹੈ ਉਹ ਵੱਧ ਗਏ ਨੇ। ਜਿਸ ਕਰਕੇ ਉਹਨਾਂ ਨੇ ਹੁਣ ਭਾਰਤ ਸਰਕਾਰ ਤੱਕ ਇਹ ਪਹੁੰਚ ਕੀਤੀ ਹੈ ਕਿ ਸਾਡੇ ਲਾਸਿਸ ਆ ਜਿਹੜੇ ਉਹ ਕਵਰ ਕੀਤੇ ਜਾਣ। ਆਉਣ ਵਾਲੇ ਦਿਨਾਂ 'ਚ ਜਦੋਂ ਵੀ ਕੋਈ ਫੈਸਲਾ ਹੋਏਗਾ, ਜੇ ਕੋਈ ਇਸ ਕਿਸਮ ਦੇ ਭਾਅ ਵੱਧਦੇ ਨੇ ਤਾਂ ਉਹ ਜ਼ਾਹਰਾ ਤੌਰ 'ਤੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਜਿਹਦਾ ਸਾਰਾ ਬੋਝ ਪਾ ਦਿੱਤਾ ਜਾਂਦਾ ਹੈ, DAP ਦਾ ਰੇਟ ਵਧਾ ਦਿੱਤਾ ਜਾਂਦਾ ਹੈ, ਤਾਂ ਪੰਜਾਬ ਦੇ ਕਿਸਾਨਾਂ ਨੂੰ ਘੱਟੋ ਘੱਟ 40 ਕਰੋੜ ਰੁਪਏ ਦਾ ਜਿਹੜਾ ਲਾਸ ਹੈ ਹੋਏਗਾ। ਜੇ ਅੱਧਾ ਬੋਝ ਹੈ ਜਿਹੜਾ ਉਸ ਸਬਸਿਡੀ ਦੇ ਰੂਪ ਦੇ ਵਿੱਚ ਸੈਂਟਰ ਗੌਰਮੈਂਟ ਚੱਕ ਲੈਂਦੀ ਹੈ ਤਾਂ 20 ਕਰੋੜ ਦੇ ਆਸ-ਪਾਸ ਕਿਸਾਨਾਂ 'ਤੇ ਫੇਰ ਬੋਝ ਪਏਗਾ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਸਬਸਿਡੀ ਦੇ ਰੂਪ ਵਿੱਚ ਸਮੁੱਚਾ ਬੋਝ ਆਪਣੇ ਸਿਰ ਲਵੇ। ਅੱਜ ਕੱਲ੍ਹ ਜੋ ਖਾਦ ਦੀ ਕਿੱਲਤ ਦਾ ਰੌਲਾ ਪੈ ਰਿਹਾ ਹੈ ਕਿ ਇਸ ਦਾ ਕਾਰਨ ਵੀ ਇਹੀ ਹੈ ਵਿਦੇਸ਼ੀ ਕੰਪਨੀਆਂ ਤੋਂ ਮਤਲਬ ਨਾ ਮੰਗਵਾਉਣਾ, ਜਾਂ ਇਸ ਦੇ ਹੋਰ ਵੀ ਕੋਈ ਕਾਰਨ ਨੇ, ਅਤੇ ਪੰਜਾਬ ਦਾ ਇਹਨਾਂ 'ਤੇ ਕੀ ਅਸਰ ਪਏਗਾ? ਦੇਖੋ, ਮੁੱਖ ਰੂਪ ਦੇ ਵਿੱਚ ਤਾਂ ਦੇਖੋ ਜਦੋਂ ਰੇਟ ਵਧੇ ਨੇ ਤਾਂ ਸਾਡੀ ਇੰਪੋਰਟ ਹੈ ਜਿਹੜੀ ਉਹ ਘਟੀ ਹੈ, ਤਾਂ ਉਹਦੇ ਨਾਲ ਜਿਹੜੀ ਕਿੱਲਤ ਹੈ ਉਹ ਕ੍ਰੀਏਟ ਹੋਈ ਹੈ। ਵੈਸੇ ਇਹ ਗੱਲ ਹੈ ਰਵਨੀਤ ਕਿ ਇਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ, ਸਾਰੇ ਸੂਬਿਆਂ ਦੇ ਵਿੱਚ ਹੀ ਜਿਹੜੀ ਫਰਟੀਲਾਈਜ਼ਰ ਦੀ ਕਿੱਲਤ ਹੈ, ਕਾਫੀ ਸ਼ਾਰਟੇਜ ਹੈ। ਹੁਣ ਪਿਛਲੇ ਸਾਲ ਆਪਾਂ ਜੇ 1 ਅਪ੍ਰੈਲ ਦੀ ਗੱਲ ਕਰੀਏ 2020 ਦੀ, ਤਾਂ ਉਸ ਟਾਈਮ ਸਾਡੇ ਕੋਲੇ 41 ਲੱਖ ਦੀ ਅਵੇਲੇਬਿਲਟੀ ਸੀ ਮੀਟ੍ਰਿਕ ਟਨ ਦੀ ਖਾਦ ਦੀ। ਪਰ ਅਸੀਂ ਜਦੋਂ ਹੁਣ 1 ਅਪ੍ਰੈਲ 2021 ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 20 ਲੱਖ ਦੀ ਸੀ। ਤਾਂ ਸਾਡੇ ਕੋਲ ਅਵੇਲੇਬਿਲਟੀ ਹੈ ਜਿਹੜੀ ਉਹ 21 ਲੱਖ ਦੀ ਸਟਾਰਟਿੰਗ ਦੇ ਵਿੱਚ ਹੀ ਸ਼ਾਰਟੇਜ ਹੈ। ਅਤੇ ਇਸ ਸੰਦਰਭ ਦੇ ਵਿੱਚ ਜੇ ਪੰਜਾਬ 'ਤੇ ਅਸੀਂ ਨਜ਼ਰ ਮਾਰੀਏ ਤਾਂ ਸਾਡੇ ਕੋਲ ਇਸ ਵੇਲੇ 5.5 ਲੱਖ ਦੀ ਰਿਕੁਆਇਰਮੈਂਟ ਹੈ, ਜਿਹਦੇ ਵਿੱਚੋਂ 4,80,000 ਕਣਕ ਦੇ ਸੀਜ਼ਨ ਦੇ ਵਿੱਚ ਯੂਜ਼ ਕੀਤੀ ਜਾਣੀ ਹੈ DAP। ਤਾਂ ਉਹਦੇ ਵਿੱਚੋਂ ਹਾਲੇ ਤੱਕ ਸਾਡੇ ਕੋਲ 72,000 ਟਨ ਹੈ ਜਿਹੜੀ ਪੰਜਾਬ ਦੇ ਵਿੱਚ ਉਹ DAP ਪਹੁੰਚੀ ਹੈ। ਪਿਛਲੇ ਸਾਲ ਤੁਹਾਡੇ ਚੇਤੇ ਹੋਏਗਾ ਕਿ ਜਦੋਂ 24 ਸਤੰਬਰ ਨੂੰ ਰੇਲਾਂ ਰੁਕਣੀਆਂ ਸੀ, ਐਜੀਟੇਸ਼ਨ ਸ਼ੁਰੂ ਹੋਣੀ ਸੀ ਉਦੋਂ, ਤਾਂ ਉਸ ਟਾਈਮ ਸਾਡੇ ਕੋਲ 4 ਲੱਖ ਆਲਰੇਡੀ ਅਵੇਲੇਬਲ ਸੀ। ਇਸ ਵੇਲੇ ਸਾਡੇ ਕੋਲ 72,000 ਜਿਹੜੀ MT ਅਵੇਲੇਬਲ ਹੈਗੀ ਹੈ। ਤਾਂ ਕਾਫੀ ਜਿਹੜੀ ਸ਼ਾਰਟੇਜ ਹੈ ਉਧਰ UP ਦੇ ਵਿੱਚ ਵੀ ਇਲੈਕਸ਼ਨ ਕਰਕੇ ਦੱਸਿਆ ਜਾ ਰਿਹਾ ਕਿ ਕਾਫੀ ਪ੍ਰੈਫਰ ਹੈ ਜਿਹੜੀ ਸੈਂਟਰਲ ਗੌਰਮੈਂਟ ਹੈ ਉਹ UP ਨੂੰ ਕਰ ਰਹੀ ਹੈ। ਕਾਫੀ ਖਾਦ ਹੈ ਜਿਹੜੀ DAP ਉਧਰ ਜਾ ਰਹੀ ਹੈ। ਇਹ ਨਹੀਂ ਕਿ ਸਾਡੇ ਨਾਲ, ਪਰ ਸਾਡੀ ਜਿੰਨੀ ਡਿਮਾਂਡ ਸੀ ਉਹਦੇ ਹਿਸਾਬ ਨਾਲ ਜਿੰਨੀ ਸਾਨੂੰ ਐਲੋਕੇਟ ਹੋ ਰਹੀ ਹੈ, ਐਲੋਕੇਸ਼ਨ ਦੇ ਹਿਸਾਬ ਨਾਲ ਪੰਜਾਬ ਨੂੰ ਜਿਹੜੀ ਉਨੀ ਖਾਦ ਹੈ ਜਿਹੜੀ ਉਹ ਮਿਲ ਨਹੀਂ ਰਹੀ। ਉਹਦਾ ਕਾਰਨ ਜਿਵੇਂ ਪੰਜਾਬ ਦੇ ਵਿੱਚ ਪਿਛਲੇ 7-8 ਦਿਨਾਂ ਤੋਂ ਇੱਕ ਵੀ ਰੈਕ ਨਹੀਂ ਲੱਗਿਆ, ਤਾਂ ਉਹ ਵੀ ਸ਼ਾਰਟੇਜ ਹੈ। ਕਿਸਾਨ ਤਾਂ ਦੇਖੋ, ਸਾਡੇ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਬਹੁਤ ਮਾਰ ਚੱਲ ਰਹੇ ਹੈ, ਦੁਸ਼ਵਾਰੀਆਂ ਵਿੱਚ ਦੀ ਗੁਜ਼ਰ ਰਹੇ ਨੇ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਕਾਟਨ ਬੈਲਟ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਫਸਲ 'ਤੇ। ਇੱਧਰ ਅਸੀਂ ਖਬਰਾਂ ਪੜ੍ਹਦੇ ਹਾਂ ਦੁਆਬੇ ਦੇ ਵਿੱਚ ਗੰਨੇ ਦੀ ਫਸਲ 'ਤੇ ਜਿਹੜਾ ਰਤਾ ਰੋਗ ਹੈ ਉਹਦਾ ਅਟੈਕ ਹੈਗਾ, ਉਹਦੇ ਨਾਲ ਕਾਫੀ ਫਸਲ ਹੈ ਜਿਹੜੀ ਨੁਕਸਾਨੀ ਜਾਣੀ ਹੈਗੀ ਹੈ। ਅਤੇ ਕੱਲ੍ਹ ਹੀ ਜਿਹੜੀਆਂ ਬਾਰਿਸ਼ਾਂ ਹੋਈਆਂ ਨੇ ਮਾਝੇ ਦੇ ਵਿੱਚ, ਤਰਨ ਤਾਰਨ ਖਾਸ ਕਰਕੇ,
ਜਿੱਥੇ ਮੁੱਖ ਮੰਤਰੀ ਨੇ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਨੇ, ਉੱਥੇ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ। ਤਾਂ ਕਿਸਾਨ ਤਾਂ ਆਲਰੇਡੀ ਜਿਹੜਾ ਕਾਫੀ ਕ੍ਰਾਈਸਿਸ ਦੇ ਵਿੱਚ ਦੀ ਗੁਜ਼ਰ ਰਿਹਾ ਹੈ। ਖੇਤੀ ਕਾਨੂੰਨਾਂ ਕਰਕੇ ਕਿਸਾਨ ਹੈ ਆਪਣੇ ਘਰਾਂ ਤੋਂ 9 ਮਹੀਨੇ ਹੋ ਗਏ ਉਹ ਬਾਹਰ ਬੈਠੇ ਨੇ, ਉੱਪਰ ਇਸ ਕਿਸਮ ਦੀ ਕਿੱਲਤ ਬਣੇਗੀ ਤਾਂ ਉਹਦੇ ਨਾਲ ਬਲੈਕ ਮਾਰਕੀਟਿੰਗ ਦੇ ਜਿਹੜੇ ਚਾਂਸਸ ਹੈ ਉਹ ਵੀ ਵੱਧ ਜਾਂਦੇ ਨੇ। ਇੱਕ ਪਿਛਲੇ ਕੁਝ ਦਿਨਾਂ ਤੋਂ ਸਹਿਕਾਰੀ ਸਭਾਵਾਂ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਬਾਰੇ ਗੱਲ ਕਰ ਰਹੀਆਂ ਨੇ ਕਿ ਖਾਦ ਦੀ ਸਪਲਾਈ ਖਾਦ ਵਪਾਰੀ ਤੇ ਸਭਾਵਾਂ ਬਰਾਬਰ ਅਨੁਪਾਤ ਵਿੱਚ ਜਿਵੇਂ 50-50% ਦੋਵੇਂ ਸਪਲਾਈ ਕਰਨਗੀਆਂ। ਇਸ ਨਾਲ ਦੋਨਾਂ ਧਿਰਾਂ ਦੇ ਵਿੱਚ ਖਿੱਚੋਤਾਣ ਵਧੇਗੀ। ਦੇਖੋ ਪੰਜਾਬ ਦੇ ਵਿੱਚ ਇਹ ਫੈਸਲਾ ਨਵਾਂ ਹੈਗਾ, ਕਿਉਂਕਿ ਪੰਜਾਬ ਦੇ ਵਿੱਚ ਨਾਰਮਲੀ ਜਦੋਂ ਖਾਦ ਆਉਂਦੀ ਹੈ ਔਰ ਖਾਦ ਦੀ ਜਿਹੜੀ ਸਪਲਾਈ ਦਿੱਤੀ ਜਾਂਦੀ ਹੈ ਫਾਰਮਰ ਤੱਕ ਪਹੁੰਚਦੀ ਹੈ, ਉਹਦੇ ਵਿੱਚ ਇੱਕ ਪੈਟ ਬਣਿਆ ਹੋਇਆ ਫਾਰਮੂਲਾ ਕਿ 80% ਜਿਹੜੀ ਸਪਲਾਈ ਹੈ ਜਿਹੜੀਆਂ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਜ਼ ਹੈ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ, ਔਰ 20% ਜਿਹੜੀ ਓਪਨ ਮਾਰਕੀਟ ਦੇ ਵਿੱਚ ਜਿਹੜੇ ਖਾਦ ਡੀਲਰ ਨੇ ਜਾਂ ਵਪਾਰੀ ਨੇ ਉਹਨਾਂ ਵੱਲੋਂ ਸਪਲਾਈ ਦਿੱਤੀ ਜਾਂਦੀ ਹੈ। ਚੀਫ ਮਿਨਿਸਟਰ ਨੇ ਇਹਦੇ ਬਾਬਤ 2-3 ਮੀਟਿੰਗਾਂ ਰੈਗੂਲਰਲੀ ਕੀਤੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੇ ਅਤੇ ਚੀਫ ਮਿਨਿਸਟਰ ਨੂੰ ਵੀ ਇਹ ਗੱਲ ਲੱਗਦੀ ਹੋਏਗੀ ਕਿ ਜੇ ਇਸ ਕਿਸਮ ਦੀ ਕੋਈ ਕਿੱਲਤ ਆਉਂਦੀ ਹੈ ਖਾਦ ਦੀ ਤਾਂ ਕਿਸਾਨਾਂ ਦੇ ਵਿੱਚ ਰੌਲਾ ਪੈਂਦਾ ਹੈ, ਤਾਂ ਉਹਨਾਂ ਦੇ ਇੱਕ ਵੋਟ ਬੈਂਕ ਨੂੰ ਵੀ ਢਾਹ ਲੱਗਦੀ ਹੈ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਮੁੱਖ ਮੁੱਦੇ ਦੇ ਤੌਰ 'ਤੇ ਉਭਾਰ ਸਕਦੀਆਂ ਨੇ। ਉਹਨਾਂ ਮੀਟਿੰਗਾਂ ਦੇ ਵਿੱਚ 7ਵੇਂ ਮਹੀਨੇ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਇਹ ਜਿਹੜੀ ਰੇਸ਼ੋ ਹੈ ਉਹੀ ਬਰਕਰਾਰ ਰੱਖਣੀ ਹੈ ਕਿ 80% ਹੈ ਜਿਹੜੀਆਂ ਖਾਦ ਦੀ ਸਪਲਾਈ ਹੈ ਉਹ ਸੁਸਾਇਟੀਆਂ ਦੇਣਗੀਆਂ, ਔਰ 20% ਜਿਹੜੀ ਸਪਲਾਈ ਹੈ ਉਹ ਦਿੱਤੀ ਜਾਏਗੀ ਓਪਨ ਜਿਹੜੇ ਟਰੇਡਰ ਹੈਗੇ ਨੇ ਸਾਡੇ ਖਾਦ ਵਪਾਰੀ ਨੇ ਉਹ ਦੇਣਗੇ। ਪਰ ਪਤਾ ਨਹੀਂ ਕਿ ਪਿਛਲੇ ਦਿਨਾਂ 'ਚ ਕੀ ਹੋਇਆ, ਵਪਾਰੀਆਂ ਦਾ ਕੋਈ ਦਬਾਅ ਬਣਿਆ, ਖਾਦ ਡੀਲਰਾਂ ਦਾ ਦਬਾਅ ਬਣਿਆ। ਇਸ ਕਿਸਮ ਦੇ ਪ੍ਰੈਸ਼ਰ ਦੇ ਤਹਿਤ ਫੈਸਲਾ ਸਰਕਾਰ ਨੇ ਹੁਣ ਆਪਣਾ ਚੇਂਜ ਕਰ ਲਿਆ। ਉਹਦੇ ਵਿੱਚ ਕਹਿ ਦਿੱਤਾ ਕਿ 50% ਜਿਹੜੀ ਸਪਲਾਈ ਹੈ ਹੁਣ ਉਹ ਕੋਆਪਰੇਟਿਵ ਸੁਸਾਇਟੀਆਂ ਕਰਨਗੀਆਂ, 50% ਸਪਲਾਈ ਹੈ ਜਿਹੜੀ ਉਹ ਹੁਣ ਡੀਲਰ ਖਾਦ ਦੇ ਡੀਲਰ ਕਰਨਗੇ। ਉਹਦਾ ਕਰਕੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਮੁਲਾਜ਼ਮ ਨੇ ਉਹਨਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ। ਉਹਨਾਂ ਦਾ ਇੱਕ ਵੱਡਾ ਲੌਜਿਕ ਇਹ ਹੈ ਰਵਨੀਤ, ਉਹ ਕਹਿੰਦੇ ਨੇ ਕਿ ਨਬਾਰਡ ਵੱਲੋਂ ਜਿਹੜਾ ਲੋਨ ਦਿੱਤਾ ਜਾਂਦਾ ਹੈ ਉਸ ਲੋਨ ਦੇ ਅਗੇਂਸਟ ਹੀ ਜਿਹੜੀ ਕਿਸਾਨਾਂ ਨੂੰ ਖਾਦ ਦਿੱਤੀ ਜਾਂਦੀ ਹੈ। ਖਾਸ ਕਰਕੇ ਜਿਹੜੀ ਸਹਿਕਾਰੀ ਸਭਾਵਾਂ ਦੇ ਨਾਲ ਕਿਸਾਨ ਜੁੜੇ ਹੋਏ ਨੇ ਉਹ ਛੋਟੇ ਨੇ ਔਰ ਦਰਮਿਆਨੇ ਕਿਸਾਨ ਨੇ, ਅਤੇ ਉਹ ਟੋਟਲੀ ਜਿਹੜਾ 7% ਵਿਆਜ 'ਤੇ ਉਹਨਾਂ ਨੂੰ ਲੋਨ ਮਿਲਦਾ ਹੈ ਕੰਪੋਨੈਂਟ ਹੈ ਖਾਦ ਦਾ, ਕਿ ਤੁਹਾਨੂੰ ਅਸੀਂ 9,000 ਰੁਪਇਆ ਪ੍ਰਤੀ ਏਕੜ ਖਾਦ ਦਾ ਲੋਨ ਦੇਵਾਂਗੇ। ਉਹਦੇ ਵਿੱਚੋਂ 3% ਕਿਸਾਨਾਂ ਨੂੰ ਰਿਬੇਟ ਮਿਲ ਜਾਂਦੀ ਹੈ, ਕਿਸਾਨਾਂ ਨੂੰ ਆਪਣੇ ਪੱਲਿਓਂ ਕੁਛ ਨਹੀਂ ਦੇਣਾ ਪੈਂਦਾ ਅਤੇ ਸਿਰਫ ਉਧਾਰ ਇੱਕ ਤਰ੍ਹਾਂ ਦਾ ਕਿਸਾਨ ਹੈ ਜਿਹੜਾ ਚੁੱਕ ਲੈਂਦੇ ਨੇ। ਉਹ ਟੋਟਲੀ ਸੁਸਾਇਟੀਆਂ 'ਤੇ ਨਿਰਭਰ ਨੇ। ਅਗਰ ਉਹਨਾਂ ਨੂੰ ਮਾਰਕੀਟ 'ਚ ਜਾਣਾ ਪਏਗਾ ਤਾਂ ਉਹਨਾਂ ਨੂੰ ਕੈਸ਼ ਦੇਣਾ ਪਏਗਾ। ਸੁਸਾਇਟੀਆਂ 'ਚ ਉਹਨਾਂ ਨੂੰ ਇੱਕ ਲੋਨ ਦੇ ਰੂਪ 'ਚ ਜਿਹੜਾ ਆਲਰੇਡੀ ਮਿਲਦੀ ਹੈ ਫੈਸਿਲਿਟੀ ਉਹ 'ਚੋਂ ਲੈ ਲੈਂਦੇ ਨੇ। ਤਾਂ ਜਿਹੜੇ ਸਹਿਕਾਰੀ ਸਭਾਵਾਂ ਦੇ ਜਿਹੜੇ ਕਾਮੇ ਨੇ ਉਹਨਾਂ ਦਾ ਇਹ ਸ਼ਿਕਵਾ ਹੈਗਾ ਕਿ ਜਿਹੜੀ ਰੇਸ਼ੋ ਪੁਰਾਣੀ ਹੈਗੀ ਹੈ 80% ਵਾਲੀ ਬਹਾਲ ਕੀਤੀ ਜਾਵੇ। ਇਹ ਕਿਸਾਨਾਂ ਨੂੰ ਇੱਕ ਦਿੱਤੀ ਹੋਈ ਪੁਰਾਣੀ ਸਹੂਲਤ ਹੈ। ਅਗਰ ਅਸੀਂ ਓਪਨ ਮਾਰਕੀਟ ਦੇ ਵਿੱਚ ਟਰੇਡਰਸ ਨੂੰ ਖੁੱਲ੍ਹ ਦੇ ਦੇਵਾਂਗੇ ਤਾਂ ਉਹਦੇ ਨਾਲ ਬਲੈਕ ਮਾਰਕੀਟਿੰਗ ਵਧੇਗੀ ਅਤੇ ਕਿਸਾਨਾਂ ਦੇ ਵਿੱਚ ਇੱਕ ਹਾਹਾਕਾਰ ਮਚੇਗੀ। ਕਈ ਥਾਵਾਂ 'ਤੇ ਸਾਨੂੰ ਸੁਸਾਇਟੀਆਂ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੀ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਕਿ ਉੱਥੇ ਆਲਰੇਡੀ ਜਿਹੜੀ 1200 ਰੁਪਏ ਵਾਲੀ ਖਾਦ ਹੈ ਉਹਦਾ ਭਾਅ 1400 ਰੁਪਏ ਹੋ ਗਿਆ। ਹੁਣ ਸੁਸਾਇਟੀਆਂ ਦੇ ਵਿੱਚ ਤਕਰੀਬਨ 2,62,000 DAP ਦੀ ਜ਼ਰੂਰਤ ਹੈ ਜਿਹੜੀ ਪਹੁੰਚਣੀ ਚਾਹੀਦੀ ਹੈ, ਪਰ ਉਹਨਾਂ ਨੂੰ ਸਿਰਫ 35,000 ਮਿਲੀ ਹੈਗੀ ਹੈ। ਕਿ ਜਦੋਂ ਅੱਗੇ ਸੋਇੰਗ ਸ਼ੁਰੂ ਹੋਏਗੀ ਬੀਟ ਦੀ 25 ਅਕਤੂਬਰ ਤੋਂ, ਉਦੋਂ ਕਿਉਂਕਿ ਪੈਡੀ ਦੇ ਪੈਸੇ ਜਿਹੜੇ ਕਿਸਾਨਾਂ ਕੋਲ ਆ ਜਾਣੇ ਆ, ਉਹਨਾਂ ਨੇ ਰੋਟੇਟ ਕਰਨੇ ਹੁੰਦੇ ਸੁਸਾਇਟੀਆਂ ਦੇ ਵਿੱਚ, ਤਾਂ ਉਹਦੀ ਉਹ ਖਾਦ ਚੁੱਕਦੇ ਨੇ। ਅਗਰ ਸੁਸਾਇਟੀਆਂ 'ਚ ਉਹਨਾਂ ਨੂੰ ਖਾਦ ਨਹੀਂ ਮਿਲੇਗੀ ਤਾਂ ਇੱਕ ਰੌਲਾ ਰੱਪਾ ਪਏਗਾ। ਰੌਲੇ ਰੱਪੇ ਦੇ ਵਿੱਚ ਜਿਹੜੇ ਵਪਾਰੀ ਹੈ ਇਸ ਗੱਲ ਦਾ ਫਾਇਦਾ ਵੀ ਲੈਣਗੇ। ਦੂਸਰੀ ਤਰਫ ਇੱਕ ਤਰਕ ਹੈ ਜਿਹੜੇ ਡੀਲਰ ਦੇ ਰਹੇ ਨੇ, ਉਹ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਅਵੇਲੇਬਿਲਟੀ ਆਲਰੇਡੀ ਕਾਫੀ ਘੱਟ ਹੈਗੀ ਹੈ ਮਾਰਕੀਟ ਦੇ ਵਿੱਚ ਖਾਦ ਦੀ। ਅਗਰ ਅਸੀਂ ਪ੍ਰਾਈਵੇਟ ਡੀਲਰਾਂ ਨੂੰ 50% ਦੀ ਛੋਟ ਦਿੱਤੀ ਹੈਗੀ ਹੈ ਤਾਂ ਇਹਦੇ ਨਾਲ ਅਵੇਲੇਬਿਲਟੀ ਹੈ ਜਿਹੜੀ ਉਹ ਵਧੇਗੀ ਖਾਦ ਦੀ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹਦੇ ਨਾਲ ਕਿਸਾਨਾਂ ਦਾ ਜਿਹੜਾ ਸਾਹ ਹੈ ਉਹ ਸੌਖਾ ਹੋ ਜਾਏਗਾ। ਪੰਜਾਬ ਸਿਰ ਇਹ ਇਲਜ਼ਾਮ ਵੀ ਲੱਗਦਾ ਹੈ ਕਿ ਇੱਥੇ ਖਾਦਾਂ ਦੀ ਬੇਲੋੜੀ ਵਰਤੋਂ ਹੁੰਦੀ ਹੈ, ਤਾਂ ਫਿਰ ਕਿਸੇ ਸਰਕਾਰ ਨੇ ਕਦੇ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਕਿਉਂ ਨਹੀਂ ਦਿੱਤਾ? ਦੇਖੋ ਇਹ ਤਾਂ ਬੜੀ ਹਮੇਸ਼ਾ ਹੀ ਚਰਚਾ ਦਾ ਮੁੱਦਾ ਰਿਹਾ ਹੈਗਾ, ਇਸ਼ੂ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀ ਫਰਟੀਲਾਈਜ਼ਰ ਦੀ ਜਾਂ ਪੈਸਟੀਸਾਈਡ ਜਿਹੜੀ ਕੰਜ਼ੰਪਸ਼ਨ ਹੈ ਉਹ ਬਹੁਤ ਐਕਸੈਸਿਵ ਹੈ, ਕਿ ਕਾਫੀ ਯੂਜ਼ ਕੀਤਾ ਜਾਂਦਾ ਹੈ। ਸਾਨੂੰ ਤਾਂ ਪੰਜਾਬ ਦੇ ਵਿੱਚ ਇੱਕ ਕਨਸੈਪਟ ਬਣਿਆ ਕਿ ਜਿੰਨੀ ਤੁਸੀਂ ਖਾਦ ਪਾਓਗੇ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ, ਉਸ ਤਰੀਕੇ ਨਾਲ। ਪਰ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਤਾਂ ਸਾਡਾ ਇਸ ਕਿਸਮ ਦਾ ਨਹੀਂ ਸੀ। ਸਾਡੀ ਧਰਤੀ, ਸਾਡੀ ਮਿੱਟੀ, ਸਾਡਾ ਪਾਣੀ ਬੜਾ ਵਧੀਆ ਸੀ। ਪੰਜਾਬ ਦੇ ਬਾਰੇ ਤਾਂ ਕਹਿੰਦੇ ਕਿ ਸ਼ਰਬਤ ਵਰਗਾ ਪਾਣੀ ਸੀ ਪੰਜਾਬ ਦਾ। ਪਰ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਜਦੋਂ ਆਏ ਤਾਂ ਸਾਨੂੰ ਪੈਸਟੀਸਾਈਡ ਵੀ ਆਏ, ਮਸ਼ੀਨਰੀ ਵੀ ਆਈ ਸਾਰਾ, ਅਤੇ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਨੇ
ਉਹਨੂੰ ਐਕਸੈਸਿਵ ਯੂਜ਼ ਕਰਨਾ ਵੀ ਸ਼ੁਰੂ ਕਰ ਦਿੱਤਾ। ਅਸੀਂ ਅਨਾਜ ਦਾ ਭੰਡਾਰ ਵੀ ਭਰਿਆ। ਪੰਜਾਬ ਨੇ ਬਹੁਤ ਉਹਦੇ ਬਦਲੇ 'ਚ ਪੇ ਵੀ ਕੀਤਾ। ਅੱਜ ਜੇ ਪੰਜਾਬ ਦੇ ਵਿੱਚ ਖਾਸ ਕਰਕੇ ਕਾਟਨ ਬੈਲਟ 'ਚ ਕੈਂਸਰ ਹੈ ਇੰਨਾ, ਤਾਂ ਉਹਦੇ ਵੀ ਕਿਤੇ ਨਾ ਕਿਤੇ ਰੀਜ਼ਨ ਹੈ, ਕਿਉਂਕਿ ਪੰਜਾਬ ਦੇ ਵਿੱਚ ਕਾਟਨ ਬੈਲਟ ਦੇ ਵਿੱਚ 1200 ਕਰੋੜ ਰੁਪਏ ਦੀ ਜਿਹੜੀ ਪੈਸਟੀਸਾਈਡ ਕਿਸੇ ਵੇਲੇ ਯੂਜ਼ ਕੀਤੀ ਜਾਂਦੀ ਸੀ, ਜਦੋਂ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ। BT ਕਾਟਨ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਆਪਾਂ 98 ਦੇ ਵਿੱਚ, ਅਤੇ 800 ਕਰੋੜ ਰੁਪਏ ਦੀ ਜਿਹੜੀ ਕੰਜੰਪਸ਼ਨ ਹੈ ਪੈਸਟੀਸਾਈਡ ਦੀ, ਉਹ ਇਕੱਲੀ ਮਾਲਵਾ ਬੈਲਟ ਸੀ। ਟੋਟਲ ਪੰਜਾਬ 'ਚ 1200। ਕੰਪਨੀਆਂ ਨੇ ਵੀ ਆਪਣੇ ਜਿਹੜੇ ਗੋਦਾਮ ਹੈ ਉਹ ਬਠਿੰਡਾ ਦੇ ਵਿੱਚ ਬਣਾ ਲਏ ਸੀ, ਮੇਨ ਗੋਦਾਮ। ਇੰਨੀ ਵਰਤੋਂ ਹੁੰਦੀ ਸੀ ਉਹਦੇ ਨਾਲ। ਅੱਜ ਕੀ ਸਾਡੀ ਕੰਡੀਸ਼ਨ ਹੈ ਪੰਜਾਬ ਦੇ ਪਾਣੀਆਂ ਦੀ? ਸਾਡੇ ਪਾਣੀ ਜਿਹੜੇ ਗ੍ਰੀਨ ਰੈਵੋਲੂਸ਼ਨ ਵੇਲੇ ਇਹ ਕਿਹਾ ਜਾਂਦਾ ਕਿ ਸਾਡਾ ਸਰ 20% ਸਾਡਾ ਰਕਬਾ ਇਸ ਕਿਸਮ ਦਾ ਸੀ ਜਿੱਥੇ ਪਾਣੀ 10 ਮੀਟਰ ਤੋਂ ਥੱਲੇ ਸੀ। ਅੱਜ 70% ਰਕਬਾ ਪੰਜਾਬ ਦਾ ਇਹੋ ਜਿਹਾ ਹੈ ਜਿੱਥੇ ਪਾਣੀ ਦਾ ਲੈਵਲ ਹੈ ਜਿਹੜਾ ਕਾਫੀ ਡਾਊਨ ਚਲਾ ਗਿਆ, 10 ਮੀਟਰ ਤੋਂ ਹੇਠਾਂ ਚਲਾ ਗਿਆ ਹੈਗਾ। ਸਾਡੇ 42 ਲੱਖ ਹੈਕਟੇਅਰ ਰਕਬੇ ਦੇ ਵਿੱਚ ਜਿਹੜਾ ਵਾਹੀਯੋਗ ਹੈ, ਅਤੇ ਜਿਹਦੇ ਵਿੱਚੋਂ ਅਸੀਂ ਅੱਜ ਪਾਣੀ ਵੀ ਆਪਣੇ ਗੁਆਲੇ, ਪਾਣੀ ਵੀ ਸਾਡੇ ਥੱਲੇ ਗਏ ਧਰਤੀ ਦੇ। ਇਹਦੇ ਲਈ ਕਿਸਾਨ ਨਹੀਂ ਜ਼ਿੰਮੇਵਾਰ। ਅਸੀਂ ਪੈਡੀ ਦੇ ਔਰ ਬੀਟ ਦੇ ਝੋਨੇ 'ਤੇ ਔਰ ਕਣਕ ਦੇ ਚੱਕਰ ਦੇ ਵਿੱਚ ਪਏ ਰਹੇ। ਕਸੂਰ ਫਾਰਮਰ ਦਾ ਨਹੀਂ, ਕਸੂਰ ਸਰਕਾਰਾਂ ਦਾ ਹੈਗਾ। ਅਸੀਂ ਦੇਖਦੇ ਹਾਂ ਕਿ ਜਦੋਂ ਧੜਾ ਧੜ ਅਸੀਂ ਕਿਸਾਨਾਂ ਨੂੰ, ਜਦੋਂ ਵੀ ਚੋਣਾਂ ਆਉਂਦੀਆਂ, ਮੈਂ ਮਾਲਵਾ ਬਠਿੰਡਾ ਕਵਰ ਕਰਦਾ ਰਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਸੀ ਬਠਿੰਡਾ, ਮਾਨਸਾ ਔਰ ਮੁਕਤਸਰ ਦੇ ਵਿੱਚ ਧੜਾ ਧੜ ਕਿਸਾਨਾਂ ਨੂੰ ਜਿਹੜੇ ਬਿਜਲੀ ਦੇ ਖੇਤੀ ਟਿਊਬਵੈੱਲਾਂ ਦੇ ਕੁਨੈਕਸ਼ਨ ਦੇ ਦਿੱਤੇ ਜਾਂਦੇ ਸੀ। ਕਿਸਾਨਾਂ ਨੂੰ ਮੋੜਾ ਪਾਉਣ ਦੀ ਥਾਂ ਕਿਸਾਨਾਂ ਨੂੰ ਉਸ ਝਾੜ 'ਤੇ ਲਾਇਆ ਗਿਆ। ਹੁਣ ਅਸੀਂ ਦੂਜੇ, ਸਾਡੇ ਕੋਲ ਸਟੇਟ ਹੈਗੀ ਆਂਧਰਾ ਪ੍ਰਦੇਸ਼ ਹੈ। ਹੁਣ ਆਂਧਰਾ ਪ੍ਰਦੇਸ਼ ਨੇ ਇੱਕ ਬੜੀ ਵਧੀਆ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਸ਼ੁਰੂ ਕੀਤਾ ਕਿ ਅਸੀਂ ਟੋਟਲ ਜਿਹੜੀ ਆਪਣੀ ਐਗਰੀਕਲਚਰ ਹੈ ਉਹਨੂੰ ਨੈਚੁਰਲ ਫਾਰਮਿੰਗ ਸ਼ੁਰੂ ਕੀਤੀ ਹੈ। ਉਹਨਾਂ ਨੇ 25% ਰਕਬਾ ਜਿਹੜਾ ਆਪਣਾ ਕਵਰ ਵੀ ਕਰ ਲਿਆ ਹੈਗਾ, ਔਰ ਉਹਨਾਂ ਨੇ ਕਿ 2025 ਤੱਕ ਟੋਟਲ ਸਟੇਟ ਦੇ ਵਿੱਚ ਨੈਚੁਰਲ ਫਾਰਮਿੰਗ ਹੋਏਗੀ। ਸਾਡੇ ਵੀ ਪੋਸੀਬਲ ਹੈ, ਪਰ ਸਾਡੇ ਕਿਸਾਨਾਂ ਨੂੰ ਇਸ ਕਿਸਮ ਦਾ ਰਾਹ ਹੈ ਜਿਹੜਾ ਉਹ ਸਾਡੀਆਂ ਸਰਕਾਰਾਂ ਨੇ ਕਦੇ ਦਿਖਾਇਆ ਹੀ ਨਹੀਂ। ਸਾਡੀਆਂ ਸਰਕਾਰਾਂ ਤਾਂ ਕਹਿੰਦੀਆਂ ਕਿ ਅਸੀਂ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੰਦੇ ਹਾਂ। ਉਹਨਾਂ ਨੂੰ ਲੱਗਦਾ ਕਿ ਸਾਡਾ ਰੋਲ ਹੈ ਜਿਹੜਾ ਇੱਥੇ ਹੀ ਖਤਮ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿੰਨੇ ਪਿਛਲੇ 7-8 ਸਾਲ ਤੋਂ ਡਰਾਫਟ ਤਿਆਰ ਹੋਇਆ ਹੋਇਆ ਐਗਰੀਕਲਚਰ ਪਾਲਿਸੀ ਦਾ, ਅਜੇ ਤੱਕ ਅਸੀਂ ਐਗਰੀਕਲਚਰ ਪਾਲਿਸੀ ਨਹੀਂ ਬਾਹਰ ਲਾਗੂ ਕਰ ਸਕੇ ਹਾਂ। ਇਹ ਤੋਂ ਸਾਡੀ ਸਰਕਾਰਾਂ ਦੀ ਜਿਹੜੀ ਸਿੰਸਾਇਰਟੀ ਦਾ ਪਤਾ ਲੱਗਦਾ ਹੈਗਾ। ਅਤੇ ਸ਼੍ਰੀਲੰਕਾ ਦੇ ਵਿੱਚ ਪਿੱਛੇ ਅਸੀਂ ਖਬਰਾਂ ਪੜ੍ਹੀਆਂ ਹੈਗੀਆਂ ਨੇ ਕਿ ਉੱਥੇ ਕੈਮੀਕਲ ਬੈਨ ਹੀ ਕਰ ਦਿੱਤਾ ਹੈਗਾ। ਸਾਡਾ ਸਿੱਕਮ ਸਟੇਟ ਹੈ, ਛੋਟਾ ਜਿਹਾ ਸਟੇਟ ਹੈ, ਉਹਨਾਂ ਨੇ ਟੋਟਲੀ ਬੈਨ ਕੀਤਾ ਹੋਇਆ ਕੈਮੀਕਲ। ਉੱਥੇ ਟੋਟਲ ਔਰਗੈਨਿਕ ਫਾਰਮਿੰਗ ਹੁੰਦੀ ਹੈ। ਅਤੇ ਸਾਡੀ PAU ਹੈ, ਸਾਡੇ ਕੋਲ ਐਗਰੀਕਲਚਰ ਡਿਪਾਰਟਮੈਂਟ ਹੈ। ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀ ਹੈ, ਉਹਨਾਂ ਦਾ ਧਿਆਨ ਹਮੇਸ਼ਾ ਹੀ ਕੀ ਲੱਗਿਆ ਰਹਿੰਦਾ? ਇਕੱਲੇ ਛਾਪੇਮਾਰੀ ਵੱਲ ਲੱਗਿਆ ਰਹਿੰਦਾ। ਉਹਨਾਂ ਨੇ ਕਦੇ ਰਸਤਾ ਦਿਖਾਇਆ ਹੋਵੇ ਕਿਸਾਨਾਂ ਨੂੰ ਕਿ ਅਸੀਂ ਇਸ ਰਾਹ 'ਤੇ ਜਾਣਾ ਹੈਗਾ? ਸਰਕਾਰਾਂ ਨੇ ਕਦੇ ਪਹਿਲ ਕਦਮੀ ਕੀਤੀ ਹੋਵੇ ਕਿ ਅਸੀਂ ਫਰਟੀਲਾਈਜ਼ਰ ਹੈ, ਜਿਹੜਾ ਸਾਡੀ ਧਰਤੀ ਦੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ, ਸਾਡਾ ਪਾਣੀ ਖਰਾਬ ਹੋ ਰਿਹਾ ਹੈ, ਇਸ ਪਾਸੇ ਲੋਕਾਂ ਨੂੰ ਮੋੜਨ ਦੇ ਲਈ ਅਸੀਂ ਇੱਕ ਬਦਲ ਦਈਏ, ਕੋਈ ਅਲਟਰਨੇਟਿਵ ਦਈਏ? ਪਰ ਇਸ ਪਾਸੇ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਤਾਂ ਇਸੇ ਕਰਕੇ ਹੈ ਕਿ ਹੁਣ ਨਵੇਂ ਬੋਝ ਹੈ ਸਾਡੇ ਕੋਲ। ਅਸੀਂ ਟੋਟਲੀ, ਜਿਵੇਂ ਸਾਨੂੰ ਬੀਜਾਂ 'ਤੇ ਸਬਸਿਡੀ ਮਿਲਦੀ ਹੈ, ਜਾਂ ਅੱਜ ਵਰਨ ਗਾਂਧੀ ਹੈ ਜਿਹੜੇ ਭਾਜਪਾ ਦੇ MP ਨੇ, ਉਹਨਾਂ ਨੇ ਵੀ ਯੋਗੀ ਆਦਿੱਤਿਆਨਾਥ ਨੂੰ ਇੱਕ ਲੈਟਰ ਲਿਖਿਆ। ਉਹਨਾਂ ਨੇ ਲਿਖਿਆ ਗੰਨੇ ਦਾ ਭਾਅ ਚੰਗਾ ਦਿੱਤਾ ਜਾਵੇ। ਉਹਨਾਂ ਨੇ ਡੀਜ਼ਲ 'ਤੇ ਸਬਸਿਡੀ ਮੰਗੀ ਹੈ ਕਿਉਂਕਿ ਡੀਜ਼ਲ ਦੇ ਭਾਅ ਇੰਨੇ ਵੱਧ ਚੁੱਕੇ ਨੇ। ਤਾਂ ਘੱਟੋ ਘੱਟ ਸਰਕਾਰਾਂ ਜੇ ਸਹੀ ਰਾਹ 'ਤੇ ਚਾਹੁੰਦੀਆਂ ਕਿ ਫਾਰਮਿੰਗ ਦਾ, ਅਸੀਂ ਕਿਸਾਨੀ ਦਾ ਜਿਹੜਾ ਪੱਕਾ ਪਰਮਾਨੈਂਟ ਇਲਾਜ ਕਰਨਾ ਹੈਗਾ, ਤਾਂ ਸਰਕਾਰਾਂ ਨੂੰ ਇਹ ਕਣਕ ਝੋਨੇ ਦੇ ਪਾਸਿਓਂ ਕੱਢਣ ਦੇ ਲਈ ਹੋਰ ਅਲਟਰਨੇਟਿਵ ਦੇਣੇ ਪੈਣਗੇ, ਰਾਹ ਦਿਖਾਉਣੇ ਪੈਣਗੇ। ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਜਿਹੜੇ ਕਿਸਾਨ ਹੈ ਉਹ ਆਏ ਦਿਨ ਇਨਪੁੱਟ ਕਾਸਟਾਂ ਦੀ ਮਾਰ ਹੈ ਜਿਹੜੀ ਉਹ ਚੱਲਦੇ ਰਹਿਣਗੇ। ਵੇਲੇ ਦੀ ਗੱਲ ਫਿਲਹਾਲ ਇੱਥੋਂ ਤੱਕ। ਕੱਲ੍ਹ ਨਵੇਂ ਮੁੱਦੇ, ਨਵੀਂ ਚਰਚਾ ਨਾਲ ਫਿਰ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ। ਸ਼ੁਕਰੀਆ।